ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ। ਅੱਜ ਦਾ ਜੋ ਫਰਮਾਨ ਹੈ ਸਾਹਿਬ ਦਾ, ਜਿਸ ਦੀ ਵਿਚਾਰ ਆਪਾਂ ਗੁਰਬਾਣੀ ਦੁਆਰਾ ਕਰਾਂਗੇ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਭਾਵ ਹੈ ਦਰਗਹਿ ਮਾਨ। ਜਿਹੜਾ ਪੰਜ ਸ਼ਬਦ ਹੈ, ਇਸ ਦੀ ਆਪਾਂ ਪਹਿਲਾਂ ਵਿਚਾਰ ਕਰਾਂਗੇ। ਕਾਫੀ ਭੁਲੇਖਾ ਪੈ ਜਾਂਦਾ ਹੈ ਕਿ ਜਿੱਥੇ ਪੰਜ ਆਉਂਦਾ ਉਹਨੂੰ ਗਿਣਤੀ ਦੇ ਪੰਜ ਗਿਣ ਲੈਂਦੇ, ਪਰ ਜਿੱਥੇ ਗਿਣਤੀ ਦੇ ਪੰਜ ਬਾਰੇ ਪਾਤਸ਼ਾਹ ਨੇ ਲਿਖਿਆ, ਉੱਥੇ ਵੱਖਰਾ ਸ਼ਬਦ ਹੈ, ਪੱਪੇ ਉੱਤੇ ਟਿੱਪੀ ਜੱਜੇ ਨੂੰ ਸਿਆਰੀ ਪੰਜ। ਇੱਥੇ ਸ਼ਬਦ ਹੈ ਪੰਜ। ਆਨੰਦ ਦੀ ਗੁਰਬਾਣੀ ਦੇ ਅੰਦਰ ਵੀ ਪਾਤਸ਼ਾਹ ਨੇ ਇਹ ਸ਼ਬਦ ਪਾਇਆ, ਪੰਜ ਸ਼ਬਦ ਧੁਨ ਅਨਹਦ ਵਾਜੇ। ਤੇ ਕਈਆਂ ਨੇ ਆਪਣੀ ਮੱਤ ਵਰਤ ਕੇ ਉਹਦੇ ਪੰਜ ਸ਼ਬਦ ਬਣਾ ਲਏ, ਕਈਆਂ ਨੇ ਕੁਛ ਬਣਾ ਲਿਆ, ਕਈਆਂ ਨੇ ਕੁਛ ਬਣਾ ਲਿਆ। ਜਦ ਕਿ ਗੁਰਮੁਖਾਂ ਨੇ ਇਸ ਪੰਜ ਸ਼ਬਦ ਦਾ ਅਰਥ ਕੀਤਾ ਇੱਕ, ਸ਼੍ਰੋਮਣੀ, ਸ੍ਰੇਸ਼ਟ। ਗੁਰਬਾਣੀ ਨੂੰ ਮੰਨਣ ਵਾਲੇ, ਗੁਰਬਾਣੀ ਤੇ ਭਰੋਸਾ ਕਰਨ ਵਾਲੇ, ਹੁਕਮ ਵਿੱਚ ਚੱਲਣ ਵਾਲੇ, ਕਿਉਂਕਿ ਪਹਿਲਾਂ ਸ਼ਬਦ ਆ ਰਿਹਾ ਨਾ ਮੰਨੈ, ਜਿਨ੍ਹਾਂ ਨੇ ਵੀ ਉਸ ਹੁਕਮ ਨੂੰ ਮੰਨੇ, ਹੁਕਮ ਇੱਕੋ ਹੀ ਹੈ, ਉਸੇ ਹੁਕਮ ਨੂੰ ਮੰਨਿਆ, ਆਪਣੀ ਜਿਹੜੀ ਇੱਛਾ ਸੀ, ਆਪਣਾ ਹੁਕਮ ਸੀ, ਉੱਤੇ ਅੱਗੇ, ਤਾਂ ਉਹੀ ਆਤਮਾ ਪੰਚ ਹੋ ਗਈ, ਇੱਕ ਹੋ ਗਈ ਤੇ ਪ੍ਰਵਾਨ ਹੋ ਗਈ। ਤੇ ਸੰਸਾਰ ਦੇ ਅੰਦਰ ਉਸੇ ਹੀ ਆਤਮਾ ਨੂੰ ਉੱਤਮ ਆਖਿਆ ਜਾਂਦਾ ਹੈ, ਬਿਰਲੇ ਆਖਿਆ ਜਾਂਦਾ ਹੈ। ਸੋ ਪੰਜ ਤੋਂ ਭਾਵ ਗੁਰਬਾਣੀ ਦੇ ਅੰਦਰ ਪੰਜ ਨਹੀਂ ਹੈ। ਸੋ ਜਿਵੇਂ ਅਸੀਂ ਪੰਚਾਇਤ ਚੁਣਦੇ ਹਾਂ ਤੇ ਉਹਨਾਂ ਨੂੰ ਵੀ ਅਸੀਂ ਪੰਚ ਹੀ ਆਖਦੇ ਹਾਂ, ਉਹ ਕੱਲਾ ਕੱਲਾ ਪੰਚ ਹੁੰਦਾ ਹੈ। ਪਰ ਜਦੋਂ ਪੰਚਾਂ ਦਾ ਰਲ ਕੇ ਫੈਸਲਾ ਹੁੰਦਾ ਤਾਂ ਉਹ ਇੱਕ ਹੁੰਦਾ, ਉਸ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸੋ ਇਸ ਸਰੀਰ ਦੇ ਅੰਦਰ ਰਹਿੰਦੇ ਹੀ ਆਤਮਾ ਨੇ ਪ੍ਰਵਾਨ ਹੋਣਾ, ਤੇ ਜਿਹੜੇ ਵੀ ਪੰਚ ਇਸ ਭਾਵ ਸਾਗਰ ਦੇ ਅੰਦਰ ਪ੍ਰਵਾਨ ਹੋਏ, ਸੱਚਖੰਡ ਦੀ ਦ੍ਰਿਸ਼ਟੀ ਤੋਂ ਜਿਨ੍ਹਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੋਇਆ, ਉਹਨਾਂ ਦੀ ਹੀ ਫਿਰ ਇਸ ਸੰਸਾਰ ਦੇ ਅੰਦਰ ਪ੍ਰਧਾਨਗੀ ਵੀ ਹੈ। ਪੰਚ ਪ੍ਰਧਾਨ, ਉਹ ਫਿਰ ਪ੍ਰਧਾਨ ਵੀ ਨੇ, ਚਾਹੇ ਉਹ ਪਾਤਸ਼ਾਹ ਧਰੂੰ ਜੀ ਸਨ, ਚਾਹੇ ਪਾਤਸ਼ਾਹ ਪ੍ਰਹਲਾਦ ਜੀ ਸਨ, ਜਾਂ ਸ੍ਰੀ ਕਬੀਰ ਸਾਹਿਬ ਜੀ, ਸ੍ਰੀ ਗੁਰੂ ਨਾਨਕ ਦੇਵ ਜੀ, ਹੋਰ ਇਤਿਆਦ ਜਿੰਨੇ ਵੀ ਗੁਰਸਿੱਖ ਹੋਏ, ਜਿਨ੍ਹਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ, ਹੁਕਮ ਦੇ ਅਨੁਸਾਰੀ ਹਨ, ਉਹ ਸਾਰੇ ਹੀ ਇਸ ਭਵ ਸਾਗਰ ਦੇ ਵਿੱਚ ਪ੍ਰਧਾਨ ਹਨ। ਸੋ ਸੱਚਖੰਡ ਦੇ ਅੰਦਰ ਤਾਂ ਸਾਰੇ ਪੰਚ ਨੇ, ਉੱਥੇ ਤਾਂ ਪ੍ਰਧਾਨਗੀ ਕਿਸੇ ਦੀ ਹੈ ਹੀ ਨਹੀਂ, ਉੱਥੇ ਸਾਰੇ ਹੀ ਜੋਤਾਂ ਨੇ ਜਿੰਨੀਆਂ ਵੀ, ਉਹ ਇੱਕ ਨੇ, ਇੱਕੋ ਜਿਹਾ ਹੀ ਸਰੂਪ ਹੈ, ਉੱਥੇ ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ। ਭਾਵੇਂ ਜਿਹੜੀ ਜੋਤ ਭਵ ਸਾਗਰ ਵਿੱਚ ਆ ਕੇ ਇੱਕ ਹੁੰਦੀ ਹੈ, ਹੁਕਮ ਵਿੱਚ ਚੱਲ ਕੇ ਪ੍ਰਵਾਨ ਹੋ ਜਾਂਦੀ ਹੈ, ਉਹ ਵਾਪਸ ਸੱਚਖੰਡ ਵਿੱਚ ਜਾਂਦੀ ਹੈ। ਤੇ ਸੱਚਖੰਡ ਦੇ ਅੰਦਰ ਜਿਹੜੀਆਂ ਜੋਤਾਂ ਇਸ ਭਵ ਸਾਗਰ ਵਿੱਚ ਨਹੀਂ ਆਈਆਂ, ਉਹਨਾਂ ਵਰਗਾ ਹੀ ਬਣ ਜਾਂਦਾ ਹੈ, ਕੋਈ ਫਰਕ ਨਹੀਂ ਰਹਿ ਜਾਂਦਾ। ਉਹ ਸਾਰੀਆਂ ਹੀ ਜੋਤਾਂ ਇੱਕਸਾਰ ਹਨ, ਬਰਾਬਰ ਹਨ। ਇਸੇ ਕਰਕੇ ਇੱਥੇ ਪਾਤਸ਼ਾਹ ਨੇ ਹੁਕਮ ਬਚਨ ਲਿਖਿਆ ਕਿ ਪੰਜ ਪ੍ਰਵਾਨ, ਕਿ ਇੱਕ ਹੋਏ ਤੋਂ ਬਿਨਾਂ ਪ੍ਰਵਾਨਗੀ ਨਹੀਂ ਹੈ। ਇੱਕ ਹੋਏ ਤਾਂ ਉਗਵੈ, ਜਾਂ ਜੁਗਮ ਹੈ ਇੱਕ ਹੀ ਕੋ ਆਇਆ। ਇੱਕ ਹੋਣ ਵਾਸਤੇ ਅਸੀਂ ਇੱਥੇ ਆਏ ਹਾਂ। ਕਿਉਂ ਨਹੀਂ ਹੋ ਰਹੇ? ਜਨਮਤ ਮੋਹਿਓ ਮੋਹਣੀ ਮਾਇਆ, ਕਿ ਜਦੋਂ ਸਰੀਰ ਧਾਰ ਕੇ ਜੋਤ ਮਾਤਾ ਦੇ ਗਰਭ ਚੋਂ, ਦੁਆਪਰ ਚੋਂ, ਕਲਯੁਗ ਚੋਂ ਆਉਂਦੀ ਹੈ, ਤਾਂ ਇਹਨੂੰ ਮੋਹਣੀ ਮਾਇਆ ਮੋਹ ਲੈਂਦੀ ਹੈ।
ਸੰਸਾਰ ਦੀ ਜੋ ਰਚਨਾ ਹੈ ਇਹਦੇ ਵਿੱਚ ਸੁਰਤ ਗ੍ਰਸਤ ਹੋ ਜਾਂਦੀ ਹੈ, ਫਸ ਜਾਂਦੀ ਹੈ। ਉਤੋਂ ਸੁਰਤ ਤੋੜਨੀ ਹੈ ਤੇ ਇਹ ਇੱਕ ਹੈ। ਜਿੰਨਾ ਚਿਰ ਸੁਰਤ ਸੰਸਾਰ ਨਾਲ ਜੁੜੀ ਹੈ, ਇਹ ਇੱਕ ਹੁੰਦਾ ਹੋਇਆ ਵੀ ਦੋ ਰੂਪਾਂ 'ਚ ਰਹਿੰਦਾ ਹੈ। ਸੋ ਸਮੂਹਕ ਰੂਪ ਦੇ ਵਿੱਚ ਸਾਰੇ ਪੰਜ ਹਨ, ਸੱਚਖੰਡ ਹੈ, ਉਹਨਾਂ ਦਾ ਹੀ ਰਾਜ ਚੱਲਦਾ ਹੈ, ਉਹਨਾਂ ਦਾ ਹੀ ਹੁਕਮ ਚੱਲਦਾ ਹੈ, ਉਸੇ ਨੂੰ ਹੀ ਅਵਿਨਾਸ਼ੀ ਰਾਜ ਆਖਦੇ ਆ। ਇਸ ਭਵ ਸਾਗਰ ਦੇ ਅੰਦਰ ਜਿੰਨਾ ਚਿਰ ਉਹ ਜੋਤ ਰਹਿੰਦੀ ਹੈ, ਉਹ ਪ੍ਰਧਾਨ ਹੀ ਕਹਾਊਗੀ, ਕਿਉਂਕਿ ਉਸ ਦਾ ਹੀ ਹੁਕਮ ਚੱਲਣਾ ਹੈ। ਸਾਡੇ ਲਈ ਤਾਂ ਹੁਣ ਭਗਤਾਂ ਦਾ ਹੀ ਹੁਕਮ ਚੱਲਦਾ ਹੈ, ਸਾਡੇ ਲਈ ਤਾਂ ਉਹੀ ਹੁਕਮ ਹੈ, ਕਿਉਂਕਿ ਅਸੀਂ ਤੁਰਕੀ ਬਾਣੀ ਸਾਡੇ ਅੰਦਰ ਅਜੇ ਪ੍ਰਗਟ ਨਹੀਂ ਹੋਈ। ਜਦੋਂ ਤੁਰਕੀ ਬਾਣੀ ਪ੍ਰਗਟ ਹੋ ਜਾਵੇਗੀ, ਫਿਰ ਸਾਡੀ ਵੀ ਜਿਹੜੀ ਐਂਟਰੀ ਹੈ, ਸਾਡਾ ਵੀ ਦਾਖਲਾ ਸੱਚਖੰਡ ਦੇ ਅੰਦਰ ਹੋਵੇਗਾ। ਸੋ ਸਾਰੇ ਭਗਤਾਂ ਦੀ ਬਰਾਬਰੀ ਹੈ। ਸੱਚਖੰਡ ਦੇ ਅੰਦਰ ਉਹ ਪੰਜ ਹੁੰਦੇ ਨੇ, ਇੱਕੋ ਜਿਹੇ ਹੁੰਦੇ ਨੇ। ਤੇ ਚਾਹੇ ਉਹ ਸ੍ਰੀ ਕਬੀਰ ਸਾਹਿਬ ਜੀ ਹਨ, ਚਾਹੇ ਰਵਿਦਾਸ ਜੀ ਹਨ, ਤੇ ਚਾਹੇ ਨਾਮਦੇਵ ਜੀ ਹਨ, ਭਗਤ ਧੰਨਾ ਜੀ ਹਨ, ਕੋਈ ਵੀ ਭੱਟ ਸਾਹਿਬਾਨ, ਇਹ ਸਾਰੇ ਦੇ ਸਾਰੇ ਪ੍ਰਵਾਨ ਹਨ। ਤੇ ਹੁਣ ਆਪਾਂ ਪ੍ਰਵਾਨ ਬਾਰੇ ਵੀ ਦੇਖੀਏ ਵੀ ਪ੍ਰਵਾਨ ਕਿਵੇਂ। ਜਿਵੇਂ ਪੰਜਵੇਂ ਪਾਤਸ਼ਾਹ ਨੇ ਗੁਰਬਾਣੀ ਇਕੱਠੀ ਕੀਤੀ, ਤਾਂ ਉਸ ਗੁਰਬਾਣੀ ਨੂੰ ਜਦੋਂ ਇਕੱਠਾ ਕੀਤਾ, ਜਿਹੜੀ ਨਿਰਾਕਾਰ ਵੱਲੋਂ ਆਈ ਹੋਈ ਹੈ ਬਾਣੀ ਗੁਰਬਾਣੀ ਦੇ ਰੂਪ ਦੇ ਅੰਦਰ, ਤਾਂ ਪੰਜਵੇਂ ਪਾਤਸ਼ਾਹ ਤੋਂ ਪਹਿਲਾਂ ਹੋਏ ਨੇ 15 ਭਗਤ ਸਾਹਿਬਾਨ ਤੇ 4 ਗੁਰ ਸਾਹਿਬਾਨ। ਉਹਨਾਂ ਦੀ ਜਦੋਂ ਗੁਰਬਾਣੀ ਇਕੱਠੀ ਕਰਕੇ ਇੱਕ ਪੋਥੀ ਦੇ ਅੰਦਰ ਦਰਜ ਕੀਤੀ, ਤਾਂ ਉਹ ਪ੍ਰਵਾਨ ਹੋ ਗਏ। ਵਾਸਤਵ ਦੇ ਵਿੱਚ ਪੰਜਵੇਂ ਪਾਤਸ਼ਾਹ ਨੂੰ ਸਰੀਰ ਕਰਕੇ ਤਾਂ ਮਿਲੇ ਨਹੀਂ, ਪਰ ਉਹਨਾਂ ਦੀ ਗੁਰਬਾਣੀ ਨੂੰ ਪ੍ਰਾਪਤ ਜ਼ਰੂਰ ਕੀਤਾ ਹੈ। ਤੇ ਜਿਨ੍ਹਾਂ ਦੇ ਹਵਾਲੇ ਭਗਤ ਸਾਹਿਬਾਨਾਂ ਨੇ ਦਿੱਤੇ, ਭਾਵੇਂ ਉਹਨਾਂ ਨੇ ਗੁਰਬਾਣੀ ਨਹੀਂ ਲਿਖੀ, ਉਹਨਾਂ ਨੂੰ ਵੀ ਪ੍ਰਵਾਨ ਕੀਤਾ ਗਿਆ। ਜਿਵੇਂ ਧਰੂ ਜੀ ਸਨ, ਪ੍ਰਹਿਲਾਦ ਜੀ ਸਨ, ਅਮਰੀਕ ਜੀ ਸਨ, ਹੋਰ ਬੇਅੰਤ ਜਿਨ੍ਹਾਂ ਦੇ ਨਾਮ ਨਹੀਂ ਚੇਤੇ ਆਉਂਦੇ ਜਾਂ ਜਿਨ੍ਹਾਂ ਦੇ ਨਾਮ ਲਿਖਤ 'ਚ ਨਹੀਂ ਆਏ, ਉਹਨਾਂ ਸਾਰਿਆਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਹੜੇ ਸੱਚ ਦੇ ਅਨੁਸਾਰੀ ਹੋ ਕੇ ਇਸ ਭਵ ਸਾਗਰ ਵਿੱਚ ਵਿਚਰੇ। ਕਿਉਂਕਿ ਆਪਣੇ ਆਪ ਨੂੰ ਤਾਂ ਬਥੇਰੇ ਭਗਤ ਕਹਾਉਂਦੇ ਸੀ। ਤੁਲਸੀਦਾਸ ਵੀ ਆਪਣੇ ਆਪ ਨੂੰ ਭਗਤ ਕਹਾਉਂਦਾ ਸੀ, ਉਹਨੇ ਵੀ ਬੜੀ ਰਚਨਾ ਲਿਖੀ, ਪਰ ਉਹ ਪ੍ਰਵਾਨ ਨਹੀਂ ਕੀਤੀ ਗਈ। ਬੁੱਲੇ ਸ਼ਾਹ ਦੀਆਂ ਕਾਫੀਆਂ ਬੜੀਆਂ ਮਹੱਤਵਪੂਰਨ ਨੇ ਸੰਸਾਰੀ ਸੁਗਿਆਨ ਪ੍ਰਾਪਤ ਕਰਨ ਵਾਸਤੇ, ਪਰ ਉਹ ਪ੍ਰਵਾਨ ਨਹੀਂ ਹੋਏ। ਛੱਜੂ, ਪੀਲੂ, ਹੋਰ ਬੇਅੰਤ ਆਪੋ ਆਪਣੀ ਗੁਰਬਾਣੀ ਲੈ ਕੇ ਆਏ ਸੀ ਪੰਜਵੇਂ ਪਾਤਸ਼ਾਹ ਦੇ ਕੋਲ, ਪਰ ਪੰਜਵੇਂ ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤਾ ਕਿ ਇਹ ਨਿਰਾਕਾਰੀ ਬਾਣੀ ਨਹੀਂ, ਇਹ ਹਿਰਦੇ ਦੀ ਉਪਜ ਨਹੀਂ, ਇਹ ਦਿਮਾਗ ਦੀ ਉਪਜ ਹੈ। ਦਿਮਾਗ ਨਾਲ ਲਿਖੀ ਹੋਈ ਰਚਨਾ ਤੇ ਹਿਰਦੇ ਵਿੱਚੋਂ ਪ੍ਰਗਟ ਹੋਈ ਰਚਨਾ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਦਿਮਾਗ ਵਿੱਚੋਂ ਉਪਜੀ ਹੋਈ ਰਚਨਾ ਬਾਹਰਲੇ ਸਰੀਰ ਨਾਲ ਸੰਬੰਧਿਤ ਹੁੰਦੀ ਹੈ, ਹਿਰਦੇ ਵਿੱਚੋਂ ਉਪਜੀ ਹੋਈ ਰਚਨਾ ਜੋਤ ਨਾਲ ਸੰਬੰਧਿਤ ਹੁੰਦੀ ਹੈ। ਇਹ ਗੱਲ ਬਹੁਤ ਬਰੀਕ ਹੈ। ਸੋ ਜਿਹੜੀ ਗੁਰਬਾਣੀ ਹੈ, ਇਹ ਸਾਰੀ ਹਿਰਦੇ ਦੀ ਉਪਜ ਹੈ, ਔਰ ਇਸ ਦੀ ਸੋਝੀ ਵੀ ਹਿਰਦੇ ਵਿੱਚ ਜਾ ਕੇ ਹੀ ਆਉਂਦੀ ਹੈ। ਜਿੱਥੇ ਬੈਠ ਕੇ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ ਗੁਰਬਾਣੀ ਲਿਖੀ, ਉੱਥੇ ਬੈਠ ਕੇ ਹੀ ਇਹਨੂੰ ਸੁਣ ਕੇ ਸਮਝ ਆਉਂਦੀ ਹੈ। ਜਪ ਹਰ ਹਿਰਦੇ ਮਾਹੇ, ਹਿਰਦੇ ਦੇ ਅੰਦਰ ਜਾ ਕੇ ਹੀ ਇਹਨੂੰ ਜਪਿਆ ਜਾਂਦਾ, ਸਮਝਿਆ ਜਾਂਦਾ, ਵਿਚਾਰਿਆ ਜਾਂਦਾ। ਫਿਰ ਉਸ ਥਾਂ ਤੇ ਖੜ ਕੇ ਹੀ ਇਹਨਾਂ ਅੱਖਰਾਂ ਦੀ ਸੋਝੀ ਆਉਂਦੀ ਹੈ। ਨਹੀਂ ਤਾਂ ਇਹ ਅੱਖਰ ਸਾਡੇ ਪੰਜਾਬੀ ਦੇ ਹਨ,
ਤੇ ਪੰਜਾਬੀ ਦੀ ਵੀ ਸਾਡੀ ਬੋਲੀ ਆ, ਅਸੀਂ ਰੋਜ਼ ਬੋਲਦੇ ਹਾਂ। ਤੇ ਜਦੋਂ ਅਸੀਂ ਇਹਨੂੰ ਦਿਮਾਗ ਨਾਲ ਜੁੜ ਕੇ ਕਰਦੇ ਹਾਂ, ਫਿਰ ਅਸੀਂ ਇਹਨਾਂ ਅੱਖਰਾਂ ਨੂੰ ਪੰਜਾਬੀ ਸਮਝ ਕੇ ਹੀ ਵਰਤੋਂ 'ਚ ਲੈ ਲੈਂਦੇ। ਫਿਰ ਇਹਦਾ ਅਸੀਂ ਆਪਣੀ ਸੋਚ ਮੁਤਾਬਕ ਅਰਥ ਕਰ ਲੈਂਦੇ। ਪਰ ਜਿਹੜੇ ਗੁਰਮੁਖ ਨੇ ਉਹ ਇਹਨਾਂ ਨੂੰ ਹਿਰਦੇ ਵਿੱਚ ਜਾ ਕੇ ਵਿਚਾਰਦੇ ਆ। ਜੈ ਘਰ ਕੀਰਤੀ ਆਖੀ ਹੈ, ਉਹ ਉੱਥੇ ਬੈਠ ਕੇ ਕੀਰਤੀ ਕਰਦੇ ਆ ਉਸ ਘਰ ਦੇ ਅੰਦਰ। ਕਰਤੇ ਕਾ ਹੋਏ ਵਿਚਾਰੋ, ਜਿੱਥੇ ਕਰਤਾ ਹੈ ਉਹਦੀ ਵਿਚਾਰ ਚੱਲਦੀ ਹੈ। ਤਿਤ ਘਰ ਗਾਵੋ ਸੁਹਿਲਾ ਸੇਵਰ ਹੋ ਸਿਰਜਣਹਾਰ, ਜਿੱਥੇ ਉਹ ਸਿਰਜਣਹਾਰ ਬੈਠਾ ਜੋ ਸਭ ਨੂੰ ਸਵਾਰ ਰਿਹਾ, ਉਹਦੇ ਕੋਲ ਬੈਠ ਕੇ ਹੀ ਸਮਝ ਆਉਂਦੀ ਹੈ, ਉਹੀ ਸਮਝਾ ਸਕਦਾ ਹੈ। ਟੀਚਰ ਦੇ ਕੋਲ ਜਾ ਕੇ ਹੀ ਸਮਝ ਆਉਂਦੀ ਹੈ। ਪੜ੍ਹਨ ਨੂੰ ਤਾਂ ਕਿਤਾਬਾਂ ਅਸੀਂ ਘਰਾਂ ਵਿੱਚ ਬੈਠ ਕੇ ਵੀ ਪੜ੍ਹ ਸਕਦੇ ਹਾਂ, ਪਰ ਟੀਚਰ ਦੇ ਕੋਲ ਜਾਣਾ ਪੈਂਦਾ। ਪ੍ਰਵਾਨਤਾ ਟੀਚਰ ਕੋਲੋਂ ਹੀ ਮਿਲਦੀ ਹੈ। ਸੋ ਗੁਰੂ ਨਾਨਕ ਸਾਹਿਬ ਨੇ ਦੂਜੇ ਪਾਤਸ਼ਾਹ ਨੂੰ ਪ੍ਰਵਾਨ ਕੀਤਾ, ਦੂਜਿਆਂ ਨੇ ਤੀਜੇ ਨੂੰ, ਤੀਜਿਆਂ ਨੇ ਚੌਥੇ ਨੂੰ, ਚੌਥਿਆਂ ਨੇ ਪੰਜਵੇਂ ਨੂੰ, ਤੇ ਪੰਜਵੇਂ ਪਾਤਸ਼ਾਹ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਗੁਰਬਾਣੀ ਨਹੀਂ ਲਿਖੀ। ਪਰਮੇਸ਼ਰ ਵੱਲੋਂ ਨਹੀਂ ਹੁਕਮ, ਜੋ ਗੁਰਬਾਣੀ ਲਿਖੀ ਹੋਈ ਸੀ ਪਹਿਲਾਂ ਉਸ ਦੀ ਵਿਚਾਰ ਕੀਤੀ। ਬਾਣੀ ਉਹਨਾਂ ਦੇ ਹਿਰਦੇ 'ਚ ਪ੍ਰਗਟ ਸੀ। ਛੇਵੇਂ ਪਾਤਸ਼ਾਹ ਦੇ ਅੰਦਰ ਵੀ ਬਾਣੀ ਪ੍ਰਗਟ ਹੈ, ਸ਼ਬਦ ਗੁਰੂ ਪ੍ਰਗਟ ਹੈ। ਉਹਨਾਂ ਨੇ ਇਸ ਗੁਰਬਾਣੀ ਦੀ ਪੂਰੀ ਪੂਰੀ ਸੋਝੀ ਜਗਿਆਸੂਆਂ ਨੂੰ ਕਰਾਈ, ਜਿਨ੍ਹਾਂ ਦੇ ਅੰਦਰ ਨਾਮ ਦੀ ਭੁੱਖ ਸੀ। ਉਹੀ ਪ੍ਰਕਿਰਿਆ ਸੱਤਵੇਂ ਪਾਤਸ਼ਾਹ ਨੇ ਕੀਤੀ, ਉਹੀ ਅੱਠਵਿਆਂ ਨੇ ਕੀਤੀ। ਫਿਰ ਪਰਮੇਸ਼ਰ ਨੇ ਨੌਵੇਂ ਪਾਤਸ਼ਾਹ ਦੇ ਹਿਰਦੇ ਵਿੱਚ ਜਦੋਂ ਬਾਣੀ ਪ੍ਰਗਟ ਕੀਤੀ ਤੇ ਉਹਨਾਂ ਨੂੰ ਆਖਿਆ ਵੀ ਹੁਣ ਤੁਸੀਂ ਬੋਲੋ, ਲਿਖੋ। ਜਿਸ ਵੇਲੇ ਨੌਵੇਂ ਪਾਤਸ਼ਾਹ ਗੁਰਬਾਣੀ ਲਿਖਦੇ ਆ ਤਾਂ ਉਸ ਵੇਲੇ ਮਹੱਲਾ ਨੌਵਾਂ ਪਾਉਂਦੇ ਆ। ਇੱਥੋਂ ਗੱਲ ਉਹਨਾਂ ਨੇ ਸਪਸ਼ਟ ਕਰ ਦਿੱਤੀ ਕਿ ਨੌਵਾਂ ਮਹੱਲਾ ਲਿਖਣ ਦੇ ਨਾਲ ਜਿਹੜੇ ਉਹਨਾਂ ਤੋਂ ਪਹਿਲਾਂ ਤਿੰਨ ਹੋਏ ਆ, ਸੱਤਵੇਂ, ਛੇਵੇਂ ਤੇ ਅੱਠਵੇਂ, ਛੇਵੇਂ, ਸੱਤਵੇਂ, ਅੱਠਵੇਂ ਤਿੰਨ ਪਾਤਸ਼ਾਹੀਆਂ ਪ੍ਰਵਾਨ ਹੋ ਗਈਆਂ ਕਿ ਇਹਨਾਂ ਦੇ ਵਿੱਚ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ। ਤੇ ਇਹ ਬੇਅੰਤ ਗੁਰਸਿੱਖ ਵੀ ਪ੍ਰਵਾਨ ਹੋ ਗਏ, ਕਿਉਂਕਿ ਕੱਲ ਨੂੰ ਕੋਈ ਇਹ ਵੀ ਗੱਲ ਆਖ ਸਕਦਾ ਸੀ ਕਿ ਜੀ ਇਹਨਾਂ ਨੇ ਕਿਹੜਾ ਗੁਰਬਾਣੀ ਲਿਖੀ ਹੈ। ਜਿਹੜਾ ਗੁਰਬਾਣੀ ਲਿਖਦਾ ਉਹੀ ਪੂਰਾ ਹੁੰਦਾ। ਇਹ ਵੀ ਰੀਤ ਪਰਮੇਸ਼ਰ ਨੇ ਤੋੜੀ ਵੀ ਕੱਲ ਨੂੰ ਕਿਤੇ ਨਾ ਭਗਤਾਂ ਦੇ ਉੱਪਰ ਕੋਈ ਇਸ ਤਰ੍ਹਾਂ ਦਾ ਲੰਛਣ ਨਾ ਲਾ ਦੇਵੇ। ਬਹੁਤ ਬੇਅੰਤ ਹੈ ਪਰਮੇਸ਼ਰ। ਤਾਂ ਹੀ ਉਹਨੇ ਮਹੱਲਾ ਨੌਵਾਂ ਲਿਖਾਇਆ ਵੀ ਤੂੰ ਮਹੱਲਾ ਨੌਵਾਂ ਲਿਖ। ਇਹ ਪ੍ਰਵਾਨ ਫਿਰ ਉਹਨਾਂ ਨੇ ਕੀਤੇ। ਉਸ ਤੋਂ ਬਾਅਦ ਆਉਂਦੇ ਆ ਦਸਵੇਂ ਪਾਤਸ਼ਾਹ। ਹੁਣ ਦਸਵੇਂ ਪਾਤਸ਼ਾਹ ਲਿਖਦੇ ਆ ਪਾਤਸ਼ਾਹੀ ਦਸਵੀਂ, ਇਹ ਮਹੱਲਾ ਦਸਵਾਂ ਨਹੀਂ ਲਿਖਦੇ। ਹੁਣ ਜਿਹੜੇ ਸੰਸਾਰੀ ਵਿਦਵਾਨ ਨੇ ਉਹਨਾਂ ਨੇ ਇਸ ਗੱਲ ਦਾ ਰੌਲਾ ਵੀ ਪਾਇਆ ਕਿ ਜੀ ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਦੇ ਅੰਦਰ ਮਹੱਲਾ ਦਸਵਾਂ ਨਹੀਂ ਲਿਖਿਆ, ਪਾਤਸ਼ਾਹੀ ਦਸਵੀਂ ਲਿਖੀ ਹੈ। ਇਹ ਤਾਂ ਗਲਤ ਹੈ। ਜਦੋਂ ਪਹਿਲਾਂ ਮਹੱਲੇ ਲਿਖਦੇ ਆਉਂਦੇ ਆ ਫਿਰ ਇਹਨਾਂ ਨੇ ਮਹੱਲਾ ਕਿਉਂ ਨਹੀਂ ਲਿਖਿਆ? ਇਹ ਜੀ ਦਸਵੇਂ ਪਾਤਸ਼ਾਹ ਦੀ ਰਚਨਾ ਨਹੀਂ, ਇਹ ਤਾਂ ਕਿਸੇ ਹੋਰ ਦੀ ਹੈ। ਸੋ ਉਹ ਵੀ ਗੱਲ ਉਹਨਾਂ ਦੀ ਵੀ ਸਹੀ ਹੈ, ਕਿਉਂਕਿ ਉਹ ਵਿਦਵਾਨ ਨੇ। ਜਿਹੜੀ ਪਰਮਾਰਥ ਹੈ ਇਹ ਬੁੱਧਵਾਨਾਂ ਦਾ ਰਸਤਾ ਹੈ, ਵਿਦਵਾਨਾਂ ਦਾ ਨਹੀਂ। ਵਿਦਵਾਨ ਹੁੰਦਾ ਜਿਹੜਾ ਸੰਸਾਰੀ ਵਿਦਿਆ ਨੂੰ ਵਿਦਿਆ ਮੰਨਦਾ ਹੈ। ਜੋ ਸੰਸਾਰ ਦੇ ਵਿੱਚ ਪ੍ਰਚਲਿਤ ਗਿਆਨ ਹੈ ਉਹਨੂੰ ਵਿਦਿਆ ਮੰਨਦਾ, ਉਹ ਵਿਦਵਾਨ ਹੈ। ਜਿਹੜਾ ਬੁੱਧਵਾਨ ਹੈ ਉਹ ਜਿਹੜਾ ਬ੍ਰਹਮ ਤੋਂ ਸੋਝੀ ਆਉਂਦੀ ਹੈ ਉਹਨੂੰ ਵਿਦਿਆ ਮੰਨਦਾ ਹੈ। ਇਹ ਦੋਨਾਂ ਦਾ ਫਰਕ ਹੈ। ਜਿਵੇਂ ਸ੍ਰੀ ਪਾਤਸ਼ਾਹ ਰਵਿਦਾਸ ਜੀ ਕਹਿੰਦੇ ਆ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ।
ਕਿ ਜਿਹਨੂੰ ਅਸੀਂ ਸੰਸਾਰ 'ਚ ਵਿਦਿਆ ਮੰਨਦੇ ਹਾਂ, ਇਹ ਅਸਲ ਵਿੱਚ ਸੱਚਖੰਡ ਦੀ ਦ੍ਰਿਸ਼ਟੀ ਤੋਂ ਅਵਿਦਿਆ ਹੈ। ਵਿਦਿਆ ਤਾਂ ਬ੍ਰਹਮ ਦੀ ਸੋਝੀ ਹੈ, ਨਿਰੋਲ ਸੱਚ ਹੈ, ਸ਼ੁੱਧ ਸੁਗਿਆਨ ਹੈ, ਉਹੀ ਤਾਂ ਨਾਮ ਹੈ। ਇਹ ਸੰਸਾਰੀਆਂ ਲਈ ਤਾਂ ਵਿਦਿਆ ਹੈ, ਪਰ ਨਿਰਾਕਾਰੀਆਂ ਲਈ ਅਵਿਦਿਆ ਹੈ। ਇਸੇ ਕਰਕੇ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ 10ਵੇਂ ਪਾਤਸ਼ਾਹ ਨੇ ਪਾਤਸ਼ਾਹੀ 10ਵੀਂ ਕਿਉਂ ਲਿਖਿਆ। ਜੇ ਤਾਂ ਅਸੀਂ ਗੁਰਬਾਣੀ ਤੋਂ ਸੋਝੀ ਲੈਂਦੇ ਫਿਰ ਤਾਂ ਸ਼ਾਇਦ ਪਤਾ ਲੱਗ ਜਾਂਦਾ। ਜਿਵੇਂ ਸੋਦਰ ਦੇ ਵਿੱਚ ਪਾਤਸ਼ਾਹ ਕਹਿੰਦੇ ਆ, ਨਾਨਕ ਪਾਤਸ਼ਾਹੀ ਪਾਤਸ਼ਾਹ। ਪਹਿਲਿਆਂ ਗ੍ਰੰਥਾਂ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਉੱਥੇ ਵੀ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਪਾਤਸ਼ਾਹੀ ਲਿਖਿਆ ਜਾਂਦਾ ਸੀ। ਇਹ ਤਾਂ ਹੁਣ ਜਦੋਂ ਅਸੀਂ ਮਾਡਰਨ ਜ਼ਮਾਨੇ 'ਚ ਆ ਗਏ, ਅਸੀਂ ਆਪਣੇ ਵੱਲੋਂ ਕਈ ਸ਼ਬਦ ਉਹਨਾਂ ਲਈ ਘੜ ਲਏ ਜਿਹੜੇ ਅਪ ਪ੍ਰਵਾਨਿਤ ਸ਼ਬਦ ਨੇ। ਇਸੇ ਕਰਕੇ ਝਗੜਾ ਪੈ ਗਿਆ। ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਦੂਜੀ, ਪਾਤਸ਼ਾਹੀ ਤੀਜੀ, ਚਲਿਆ ਆਉਂਦਾ ਸੀ ਸ਼ਬਦ। ਇਸੇ ਕਰਕੇ ਉੱਥੇ ਲਿਖਿਆ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹੜਾ ਪਾਤਸ਼ਾਹ ਉਹਨੇ ਤਾਂ ਪਾਤਸ਼ਾਹੀ ਬਖਸ਼ੀ ਹੈ। ਨਾਨਕ ਜੀ ਕੋਲ ਪਾਤਸ਼ਾਹੀ ਹੈ, ਬਖਸ਼ਣ ਵਾਲਾ ਹੈ ਪਾਤਸ਼ਾਹ, ਸੱਚਖੰਡ, ਹੁਕਮ। ਜਦੋਂ ਸੰਸਾਰੀ ਲੋਕਾਂ ਨੇ ਪਾਤਸ਼ਾਹ ਸ਼ਬਦ ਨੂੰ ਵੀ ਸੰਸਾਰ ਨਾਲ ਜੋੜ ਲਿਆ ਤਾਂ ਫਿਰ ਗੁਰਬਾਣੀ ਦੇ ਵਿੱਚ ਸ਼ਬਦ ਆ ਗਿਆ ਸੱਚੇ ਪਾਤਸ਼ਾਹ। ਭੁਲੇਖਾ ਨਾ ਪੈ ਜਾਵੇ ਕਿਤੇ। ਜਿਵੇਂ ਪਹਿਲਾਂ ਸ਼ਬਦ ਸਿੱਖ ਸੀ ਭਗਤ ਸਾਹਿਬਾਨਾਂ ਵੇਲੇ, ਉਸ ਵੇਲੇ ਸਿੱਖ ਉਹਨੂੰ ਮੰਨਿਆ ਜਾਂਦਾ ਸੀ ਜਿਹੜਾ ਸ਼ਬਦ ਗੁਰੂ ਦੇ ਨਾਲ ਇੱਕਮਿਕ ਹੈ। ਹੌਲੀ ਹੌਲੀ ਸੰਸਾਰੀ ਲੋਕਾਂ ਨੇ ਜਿਹੜੇ ਧਰਮ ਦੇ, ਸੰਸਾਰੀ ਧਰਮ ਨੂੰ ਮੰਨਣ ਵਾਲੇ ਸੀ, ਉਹਨਾਂ ਨੇ ਵੀ ਆਪਣੇ ਨਾਲ ਸਿੱਖ ਲਾ ਲਿਆ। ਫਿਰ ਸੱਚਖੰਡ ਵੱਲੋਂ ਆਰਡਰ ਆਇਆ ਵੀ ਤੁਸੀਂ ਸਿੱਖ ਸ਼ਬਦ ਛੱਡ ਦਿਓ, ਗੁਰਸਿੱਖ ਬਣਾ ਦਿਓ। ਫਿਰ ਗੁਰਸਿੱਖ ਉਹ ਵਰਤਣ ਲੱਗ ਗਏ, ਫਿਰ ਇਹਨਾਂ ਨੇ ਗੁਰਮੁਖ ਸ਼ਬਦ ਬਣਾ ਲਿਆ। ਫਿਰ ਇਹ ਆਪਣੇ ਆਪ ਨੂੰ ਗੁਰਮੁਖ ਕਹਾਉਣ ਲੱਗ ਗਏ। ਫਿਰ 10ਵੇਂ ਪਾਤਸ਼ਾਹ ਨੇ ਸ਼ਬਦ ਖਾਲਸਾ ਵਰਤ ਲਿਆ। ਤੇ ਜਦੋਂ 10ਵੇਂ ਪਾਤਸ਼ਾਹ ਵੇਲੇ ਵੀ ਪਖੰਡੀ ਆਪਣੇ ਆਪ ਨੂੰ ਖਾਲਸਾ ਕਹਿਣ ਲੱਗ ਪਏ ਤਾਂ ਫਿਰ ਉਹਨਾਂ ਨੂੰ ਮਲੇਸ਼ ਖਾਲਸਾ ਵੀ ਕਹਿਣ ਲੱਗ ਪਏ। ਪਰਮੇਸ਼ਰ ਸੋਝੀ ਦਿੰਦਾ ਹੈ ਕਿ ਅਸਲ ਸ਼ਬਦ ਕੀ ਨੇ, ਨਕਲੀ ਸ਼ਬਦ ਕੀ ਨੇ। ਪਰ ਹੁਣ ਇੰਨੀ ਸੋਝੀ ਅਸੀਂ ਤਾਂ ਪ੍ਰਾਪਤ ਕਰਾਂਗੇ ਜੇ ਸਾਡੇ ਅੰਦਰ ਭੁੱਖ ਹੋਊਗੀ। ਸੋ ਇਸੇ ਕਰਕੇ ਹੀ ਉੱਥੇ ਪਾਤਸ਼ਾਹੀ 10ਵੀਂ ਵਰਤੇ। ਪਾਤਸ਼ਾਹੀ ਤੇ ਮਹੱਲੇ 'ਚ ਕੋਈ ਫਰਕ ਨਹੀਂ ਹੈ। ਮਹੱਲਾ ਵੀ ਉਹਨੂੰ ਹੀ ਕਹਿੰਦੇ ਜਿਹੜਾ ਮਹੱਲ ਦੇ ਵਿੱਚੋਂ ਆਏ ਫਰਮਾਨ ਨੂੰ ਜਾਰੀ ਕਰੇ। ਪਾਤਸ਼ਾਹੀ ਵੀ ਉਹਨੂੰ ਕਹਿੰਦੇ ਜਿਹੜਾ ਪਾਤਸ਼ਾਹ ਵੱਲੋਂ ਆਈ ਜਾਣਕਾਰੀ ਨੂੰ, ਫਰਮਾਨ ਨੂੰ ਸਰਵ ਕਰੇ, ਅੱਗੇ ਭੇਜੇ। ਕੀ ਫਰਕ ਹੈ? ਕੋਈ ਫਰਕ ਨਹੀਂ ਹੈ। ਪਰ ਵਿਦਵਾਨਾਂ ਲਈ ਵੱਡਾ ਫਰਕ ਹੈ, ਬੁੱਧਵਾਨਾਂ ਲਈ ਕੋਈ ਫਰਕ ਨਹੀਂ ਹੈ। ਕਿਉਂਕਿ ਬੁੱਧਵਾਨਾਂ ਕੋਲ ਸੱਚਖੰਡੋਂ ਵੱਲੋਂ ਪ੍ਰਮਾਣਿਤ ਸੋਝੀ ਹੁੰਦੀ ਹੈ, ਵਿਦਵਾਨਾਂ ਕੋਲ ਸੰਸਾਰ ਦੇ ਵਿੱਚ ਪ੍ਰਮਾਣਿਤ ਸੋਝੀ ਹੁੰਦੀ ਹੈ। ਉਹ ਆਪਣੇ ਥਾਂ ਤੇ ਵੀ ਸਹੀ ਹੁੰਦੇ ਆ ਕਿਉਂਕਿ ਸੰਸਾਰ 'ਚ ਉਸ ਤਰ੍ਹਾਂ ਦੀ ਪ੍ਰਕਿਰਿਆ ਚੱਲਦੀ ਹੈ। ਗੁਰਮੁਖ ਆਪਣੇ ਥਾਂ ਤੇ ਸਹੀ ਹੁੰਦੇ ਆ ਕਿਉਂਕਿ ਸੱਚਖੰਡ ਵਿੱਚੋਂ ਇਹ ਫਰਮਾਨ ਜਾਰੀ ਹੁੰਦਾ ਹੈ। ਇਸੇ ਨੂੰ ਗੱਲ ਨੂੰ ਮੁੱਖ ਰੱਖ ਕੇ ਹੀ ਗੁਰਬਾਣੀ 'ਚ ਪੰਕਤੀ ਦਰਜ ਕੀਤੀ ਗਈ ਨਾ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੋ ਨਹੀਂ ਜੋੜ ਆਉਂਦਾ। ਸੋ ਇਹ ਗੱਲ ਦੀ ਪਾਤਸ਼ਾਹ ਨੇ ਪ੍ਰਵਾਨਤਾ ਦਿੱਤੀ। 10ਵੇਂ ਪਾਤਸ਼ਾਹ ਨੇ ਆ ਕੇ ਵੀ ਬੇਅੰਤ ਗੁਰਸਿੱਖਾਂ ਨੂੰ ਪ੍ਰਵਾਨ ਕੀਤਾ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਸੀ। ਸੋ ਭਗਤਾਂ ਵੇਲੇ ਵੀ ਬਥੇਰੇ ਸਨ ਕਿ ਜਿਹੜੇ ਆਪਣੇ ਆਪ ਨੂੰ ਭਗਤ ਕਹਾਉਣ ਲੱਗ ਪਏ ਸੀ। ਪਾਤਸ਼ਾਹੀਆਂ ਵੇਲੇ ਵੀ ਬਥੇਰੇ ਨੇ ਆਪਣੇ ਆਪ ਨੂੰ ਪਾਤਸ਼ਾਹੀ ਕਹਾਇਆ, ਗੁਰ ਕਹਾਉਣ ਲੱਗ ਪਏ। ਪਰ ਪ੍ਰਵਾਨ ਕੀਤੇ, ਸ਼ੁੱਧ ਕੀਤੇ ਗੁਰਮੁਖਾਂ ਨੇ। ਸੋ ਜਿਹੜੀ ਗੁਰਬਾਣੀ ਹੈ ਸਾਡੇ ਕੋਲ, ਇਹ ਸੱਚਖੰਡ ਦਾ ਸੰਵਿਧਾਨ ਹੈ।
ਜੇ ਸੱਚਖੰਡ ਦੇ ਵਿੱਚ ਅਸੀਂ ਨਾਗਰਿਕਤਾ ਲੈਣੀ ਚਾਹੁੰਦੇ ਹਾਂ, ਉੱਥੇ ਪੱਕੀ ਐਂਟਰੀ ਲੈਣੀ ਚਾਹੁੰਦੇ ਹਾਂ, ਸਿਟੀਜ਼ਨਸ਼ਿਪ ਲੈਣੀ ਚਾਹੁੰਦੇ ਹਾਂ, ਤਾਂ ਸਾਨੂੰ ਉਸ ਸੰਵਿਧਾਨ ਨੂੰ ਆਪਣੇ ਤੇ ਲਾਗੂ ਕਰਨਾ ਪਊਗਾ। ਸੰਵਿਧਾਨ ਦੀ ਹਰ ਇੱਕ ਗੱਲ ਨੂੰ ਮੰਨਣਾ ਪਵੇਗਾ, ਕਾਨੂੰਨ ਦੇ ਅਨੁਸਾਰ ਹੀ ਚੱਲਣਾ ਪਵੇਗਾ, ਤਾਂ ਸੱਚਖੰਡ ਦੇ ਵਿੱਚ ਪ੍ਰਵਾਨਗੀ ਹੋ ਜਾਵੇਗੀ। ਸੋ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਉਹ ਬਹੁਤ ਹੀ ਜ਼ਿਆਦਾ ਸੂਝੀਵਾਨ ਸਨ, ਜਿੰਨੇ ਵੀ ਭਗਤ ਸਨ। ਸੋ ਆਪਾਂ ਗੁਰਬਾਣੀ ਚੋਂ ਵੀ ਵੇਖਦੇ ਹਾਂ, ਹੋਰ ਬਚਨ ਪਾਤਸ਼ਾਹੀਆਂ ਦੇ, ਜਿਵੇਂ ਅੰਗ 25 ਉੱਪਰ ਵੀ ਆਖਦੇ ਨੇ, ਸੋ ਗਿਆਨੀ ਦਰਗਹਿ ਪ੍ਰਵਾਨ। ਕਿਉਂਕਿ ਹੁਣ ਸਾਡੇ ਸੰਸਾਰ 'ਚ ਗਿਆਨੀ ਹਰੇਕ ਨੂੰ ਹੀ ਕਹਿ ਦਿੰਦੇ ਕਿ ਜਿਹੜਾ ਗੁਰਬਾਣੀ ਪੜ੍ਹਦਾ ਜਾਂ ਮਾੜਾ ਮੋਟਾ ਗਿਆਨ ਰੱਖਦਾ ਉਹਨੂੰ ਵੀ ਗਿਆਨੀ ਕਹਿ ਦਿੰਦੇ ਆ। ਪਰ ਪਾਤਸ਼ਾਹ ਆਖਦੇ ਹਨ, ਸੋ ਗਿਆਨੀ ਉਹੀ ਗਿਆਨੀ ਹੈ ਜਿਹੜਾ ਦਰਗਹਿ ਪ੍ਰਵਾਨ ਹੈ, ਜਿਹੜਾ ਦਰਗਾਹ ਦੇ ਅੰਦਰ ਪ੍ਰਵਾਨ ਹੈ। ਇੱਥੋਂ ਗੱਲ ਸਪਸ਼ਟ ਹੋ ਜਾਂਦੀ ਹੈ ਵੀ ਜਿਹੜੇ ਪਾਤਸ਼ਾਹੀਆਂ ਨੇ ਜਾਂ ਭਗਤ ਸਾਹਿਬ ਨੇ ਉਹੀ ਗਿਆਨੀ ਸਨ, ਜਾਂ ਹੋਰ ਬੇਅੰਤ ਗੁਰਸਿੱਖ ਉਹਨਾਂ ਨੂੰ ਗਿਆਨੀ ਕਹਿ ਦੇਣਾ ਕੋਈ ਘਟੀਆ ਗੱਲ ਨਹੀਂ ਹੈ, ਸ੍ਰੇਸ਼ਟ ਗੱਲ ਹੈ, ਕਿਉਂਕਿ ਦਰਗਾਹ ਤੋਂ ਪ੍ਰਵਾਨ ਹੈ। ਦਰਗਾਹ ਦੀ ਦ੍ਰਿਸ਼ਟੀ ਤੋਂ ਉਹੀ ਗਿਆਨੀ ਹੈ ਜਿਹਦੇ ਕੋਲ ਪੂਰੀ ਸੋਝੀ ਹੈ। ਅੰਗ 28 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ, ਨਾਨਕ ਆਏ ਸੇ ਪ੍ਰਵਾਨ ਹੈ, ਜਿਨ ਗੁਰਮਤੀ ਹਰਿ ਧਿਆਏ। ਕਹਿੰਦੇ ਨਾਨਕ ਆਏ, ਜੋ ਵੀ ਇੱਥੇ ਆਏ ਨੇ ਭਵ ਸਾਗਰ ਦੇ ਅੰਦਰ, ਸੇ ਪ੍ਰਵਾਨ ਹੈ, ਉਹੀ ਪ੍ਰਵਾਨ ਹੋਣਗੇ। ਉਹਨਾਂ ਚੋਂ ਹੀ ਪ੍ਰਵਾਨਤਾ ਮਿਲਣੀ। ਹੁਣ ਪ੍ਰਵਾਨਤਾ ਮਿਲਦੀ ਕਿਹਨਾਂ ਨੂੰ ਹੈ? ਜਿਨ ਗੁਰਮਤੀ, ਜਿਨ੍ਹਾਂ ਦੇ ਕੋਲ ਆਪਣੇ ਗੁਰ ਦੀ ਸਿੱਖਿਆ ਹੈ, ਜਿਨ੍ਹਾਂ ਦੀ ਮੱਤ ਦੇ ਅੰਦਰ ਗੁਰ ਵਸਦਾ, ਸੁਗਿਆਨ ਵਸਦਾ, ਹੁਕਮ ਵਸਦਾ, ਹਰ ਧਿਆਏ। ਫਿਰ ਉਹਨਾਂ ਦਾ ਧਿਆਨ ਹੈ ਜਿਹੜਾ ਹਰ ਵੇਲੇ ਆਪਣੇ ਹਰ ਦੇ ਅੰਦਰ ਰਹਿੰਦਾ, ਹੁਕਮ ਦੇ ਅੰਦਰ ਰਹਿੰਦਾ, ਉਸ ਮੱਤ ਦੇ ਅੰਦਰ ਧਿਆਨ ਰਹਿੰਦਾ ਜਿਹੜੀ ਸੁਗਿਆਨ ਬਖਸ਼ਦੀ ਹੈ। ਅੰਗ 103 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ। ਹੁਣ ਸਾਡੀ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਦੇ ਅਰਥ ਕਰ ਦਿੱਤੇ ਗਏ ਨੇਤਰਾਂ ਦੇ ਵੀ, ਜੀ ਨੇਤਰ ਅੱਖਾਂ ਹੁੰਦੀਆਂ ਨੇ। ਨੇਤਰ ਅੱਖਾਂ ਨਹੀਂ ਹੁੰਦੀਆਂ, ਅੱਖਾਂ ਅੱਖਾਂ ਹੀ ਨੇ। ਅੱਖਾਂ ਦੇ ਥਰੂ ਜਿਹੜੀ ਜੋਤ ਹੈ ਉਹ ਨੇਤਰ ਹੈ। ਕਿਉਂਕਿ ਨੇਤਰਾਂ ਨੇ ਤਾਂ ਪ੍ਰਵਾਨ ਹੋਣਾ, ਅੱਖਾਂ ਤਾਂ ਪ੍ਰਵਾਨ ਨਹੀਂ ਹੁੰਦੀਆਂ। ਅੱਖਾਂ ਨੂੰ ਕੌਣ ਪ੍ਰਵਾਨਗੀ ਦੇਊਗਾ? ਨਾਲੇ ਅੱਖਾਂ ਤਾਂ ਜਦੋਂ ਸਾਡਾ ਸਰੀਰ ਜੋਤ ਛੱਡ ਦਿੰਦੀ ਹੈ, ਉਹ ਸਰੀਰ ਦੇ ਵਿੱਚ ਹੀ ਰਹਿ ਜਾਂਦੀਆਂ ਨੇ, ਜਾਂ ਉਹਨਾਂ ਨੂੰ ਫਿਰ ਅਸੀਂ ਸਾੜ ਦਿੰਦੇ ਹਾਂ, ਜਾਂ ਦਫਨ ਕਰ ਦਿੰਦੇ ਹਾਂ, ਜਾਂ ਜਲ ਦੇ ਵਿੱਚ ਪ੍ਰਵਾਹ ਕਰ ਦਿੰਦੇ। ਫਿਰ ਪ੍ਰਵਾਨਗੀ ਕਿਹਨੇ ਦਿੱਤੀ? ਜਦ ਕਿ ਜਿਹੜਾ ਬਾਹਰਲਾ ਸਰੀਰ ਹੈ ਤਾਂ ਮਾਇਆ ਦਾ, ਇਹ ਤਾਂ ਮਿੱਟੀ ਹੈ। ਸੇ ਨੇਤਰ, ਨੇਤਰ ਦੋ ਨੇ, ਆਤਮਾ ਪ੍ਰਾਤਮਾ, ਮਨ ਚਿੱਤ। ਸੇ ਨੇਤਰ ਪ੍ਰਵਾਨ, ਉਹੀ ਆਤਮਾ ਪ੍ਰਾਤਮਾ ਪ੍ਰਵਾਨ ਹੁੰਦੀ ਹੈ ਜਿਹਦੀ ਦਰਸ਼ਨ ਪੇਖਾ। ਜਿਹੜੀ ਆਤਮਾ ਪ੍ਰਾਤਮਾ ਨੇ ਦਰਸ਼ਨ ਕੀਤਾ, ਹੁਕਮ ਦੀ ਸੋਝੀ ਆਏ, ਜਿਨ੍ਹਾਂ ਦੇ ਅੰਦਰੋਂ ਸ਼ਬਦ ਗੁਰੂ ਪ੍ਰਗਟ ਹੋਇਆ। ਹੁਣ ਦਰਸ਼ਨ ਦਾ ਅਰਥ ਸਾਡੀ ਪੰਜਾਬੀ ਭਾਸ਼ਾ 'ਚ ਹੋਰ ਹੈ, ਦਰਗਾਹ ਤੋਂ ਪ੍ਰਵਾਨਿਤ ਦਰਸ਼ਨ ਦਾ ਅਰਥ ਹੋਰ ਹੈ। ਜਿਵੇਂ ਅਸੀਂ ਕਹਿੰਦੇ ਹਾਂ ਵੀ ਕਿਸੇ ਦੇ ਸਰੀਰ ਨੂੰ ਦੇਖ ਲੈਣਾ ਵੀ ਦਰਸ਼ਨ ਹੋ ਗਏ, ਸਾਡੀ ਬੋਲੀ ਦੇ ਮੁਤਾਬਕ ਇਹ ਹੈ। ਪਰ ਗੁਰਬਾਣੀ ਦੇ ਅਨੁਸਾਰ ਦਰਸ਼ਨ ਹੈ ਵੀ ਜਿਹਨੂੰ ਪੂਰੀ ਸੋਝੀ ਹੋ ਜਾਵੇ। ਜਿਵੇਂ ਪਾਤਸ਼ਾਹ ਕਹਿੰਦੇ ਆ, ਦਰਸ਼ਨ ਦੇਖ ਦੇਖ ਜੀਵਾਂ। ਫਿਰ ਜੇ ਤਾਂ ਅਸੀਂ ਬਾਹਰਲੇ ਸਰੀਰ ਦੇ ਦਰਸ਼ਨਾਂ ਦੀ ਗੱਲ ਕਰੀਏ, ਫਿਰ ਤਾਂ ਜਿੰਨਾ ਚਿਰ ਉਹਦਾ ਦਰਸ਼ਨ ਹੁੰਦਾ ਉਨਾ ਚਿਰ ਤਾਂ ਅਸੀਂ ਜਿਉਂਦੇ ਰਹੀਏ, ਤੇ ਜਦੋਂ ਉਹ ਦਰਸ਼ਨ ਨਹੀਂ ਹੁੰਦਾ, ਅੱਖਾਂ ਤੋਂ ਓਹਲੇ ਹੋ ਜਾਂਦਾ, ਫਿਰ ਸਾਨੂੰ ਮਰ ਜਾਣਾ ਚਾਹੀਦਾ। ਪਰ ਮਰਦੇ ਤਾਂ ਅਸੀਂ ਹੈ ਨਹੀਂ। ਫਿਰ ਇਹ ਗੱਲ ਕਿੱਧਰ ਨੂੰ ਜਾਊਗੀ? ਪਰ ਹੁਣ ਇੱਥੇ ਪਾਤਸ਼ਾਹ ਨੇ ਲਿਖਿਆ, ਦਰਸ਼ਨ ਦੇਖ ਦੇਖ ਜੀਵਾਂ।
ਹੁਣ ਦੂਜੇ ਪਾਸੇ ਪਾਤਸ਼ਾਹ ਫੇਰ ਲਿਖਾਉਂਦੇ ਆ, ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾਂ। ਉੱਥੇ ਸਪਸ਼ਟ ਗੱਲ ਕਰ ਦਿੱਤੀ ਕਿ ਜਿੰਨਾ ਚਿਰ ਨਾਮ ਮਿਲਦਾ, ਸੋਝੀ ਆਉਂਦੀ ਹੈ, ਉਨਾ ਚਿਰ ਜੀਵਨ ਹੈ। ਜਦੋਂ ਬ੍ਰਹਮ ਦੀ ਸੋਝੀ ਆਉਣੋਂ ਬੰਦ ਹੋ ਜਾਂਦੀ ਹੈ ਤਾਂ ਜੀਵਨ ਰੁਕ ਜਾਂਦਾ ਹੈ। ਜੀਵਨ ਦੇ ਵਿੱਚ ਵਿਕਾਸ ਨਹੀਂ ਹੁੰਦਾ, ਪ੍ਰਗਾਸ ਨਹੀਂ ਹੁੰਦਾ। ਨਾਨਕ ਨਾਮ ਮਿਲੇ ਜੀਵਾਂ, ਨਾਨਕ ਨਾਮ ਮਿਲੇ ਤਾਂ ਜੀਵਾਂ, ਦਰਸ਼ਨ ਦੇਖ ਦੇਖ ਜੀਵਾਂ। ਇੱਕੋ ਹੀ ਗੱਲ ਹੈ, ਜਿੱਥੇ ਦਰਸ਼ਨ ਹੈ ਉੱਥੇ ਨਾਮ ਹੈ, ਸਿਰਫ ਸ਼ਬਦ ਭੇਦ ਹੈ। ਇਹੀ ਸਾਡੀ ਬੁੱਧੀ ਦੀ ਪਰਖ ਹੈ, ਇਹੀ ਅਸੀਂ ਕੁਛ ਕਰਨਾ। ਇਹੀ ਰਾਮ ਰਾਮ ਉਹ ਸਭ ਕਹੇ ਰਾਮ ਕਹਿਨ ਮੈਂ ਭੇਦ। ਇਹ ਭੇਦ ਨੂੰ ਜਾਣਨਾ ਹੈ ਮੇਰੇ ਮਨਾਂ ਤੇ। ਜਿੱਦਣ ਤੈਨੂੰ ਭੇਦ ਦੀ ਪੂਰੀ ਸੋਝੀ ਆਉਣ ਲੱਗ ਗਈ, ਫਿਰ ਸਾਰਾ ਕੁਛ ਹੀ ਤੇਰੇ ਸਾਹਮਣੇ ਹੈ। ਸੋ ਸੇ ਨੇਤਰ ਪ੍ਰਵਾਨ, ਉਹ ਆਤਮਾ ਪ੍ਰਾਤਮਾ ਪ੍ਰਵਾਨ ਹੈ ਜਿਨੀ ਦਰਸ਼ਨ ਪੇਖਾ। ਜਿਹੜੀ ਜਿਹੜੀ ਆਤਮਾ ਪ੍ਰਾਤਮਾ ਇੱਕ ਹੋਣ ਤੋਂ ਬਾਅਦ ਜਿਨ੍ਹਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ। ਅੰਗ 125 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਗੁਰਮੁਖ ਜੀਵੈ ਮਰੈ ਪ੍ਰਵਾਨ। ਕਹਿੰਦੇ ਉਹ ਸੁਰਤ ਮੁਖੀ ਹੁੰਦੀ ਹੈ, ਸੁਰਤ ਆਤਮਾ ਜਿਹੜੀ ਗੁਰ ਨੂੰ ਪ੍ਰਾਪਤ ਕਰ ਲੈਂਦੀ ਆ, ਆਪਣੇ ਮੂਲ ਨੂੰ ਪ੍ਰਾਪਤ ਕਰ ਲੈਂਦੀ ਹੈ, ਉਹ ਜੀਵ ਹੈ, ਉਹ ਜਿਉਂਦੀ ਹੈ, ਉਹਦਾ ਜੀਵਨ ਹੈ। ਮਰੈ, ਪਰ ਉਹ ਸੰਸਾਰ ਵੱਲੋਂ ਮਰ ਜਾਂਦੀ ਹੈ। ਜਿਵੇਂ ਸੰਸਾਰ ਵੱਲੋਂ ਸਾਡਾ ਸਰੀਰ ਮਰ ਜਾਂਦਾ ਹੈ, ਕਿਉਂਕਿ ਸਾਨੂੰ ਸਰੀਰ ਦੀਂਦਾ, ਅਸੀਂ ਕਹਿੰਦੇ ਫਲਾਨਾ ਮਰ ਗਿਆ। ਸੱਚਖੰਡ ਵੱਲੋਂ ਉਹ ਜੋਤ ਮਰੀ ਹੁੰਦੀ ਹੈ, ਜਦ ਕਿ ਜੋਤ ਮਰਦੀ ਤਾਂ ਨਹੀਂ, ਜੋਤ ਨੂੰ ਭਰਮ ਘੇਰ ਲੈਂਦਾ। ਪਰ ਇੱਥੇ ਜਦੋਂ ਸੁਰਤ ਦੇ ਅੰਦਰ ਆਪਣੇ ਮੂਲ ਦੀ ਸੋਝੀ ਆ ਜਾਂਦੀ, ਉਹ ਜਿਉਂਦੀ ਹੋ ਜਾਂਦੀ ਹੈ। ਉਹ ਸੱਚਖੰਡ ਵੱਲੋਂ ਪ੍ਰਵਾਨ ਹੋ ਜਾਂਦੀ ਹੈ, ਸੰਸਾਰ ਵੱਲੋਂ ਮਰਿਆ ਮੰਨ ਲੈਂਦੇ ਆ ਸੰਸਾਰੀ ਲੋਕ। ਅੰਗ 21 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਹਰ ਸੱਜਣ ਗੁਰ ਸੇਵਦਾ, ਗੁਰ ਕਰਨੀ ਪ੍ਰਧਾਨ। ਹਰ ਸੱਜਣ ਗੁਰ ਸੇਵਦਾ, ਕਿ ਜਿਹੜਾ ਹਰ ਦੀ ਸੋਝੀ ਪ੍ਰਾਪਤ ਕਰਦਾ ਮਨ, ਉਹ ਸੱਜਣ ਹੈ। ਉਹ ਜਾਣਕਾਰੀ ਲੈਣੀ ਚਾਹੁੰਦਾ ਹੈ ਸੱਚ ਦੀ, ਫਿਰ ਉਹ ਕੀ ਕਰਦਾ? ਗੁਰ ਸੇਵਦਾ, ਫਿਰ ਉਹ ਆਪਣੀ ਅੰਤਰ-ਆਤਮਾ ਨੂੰ ਸੇਵਦਾ ਹੈ, ਉਹਦੀ ਵਿਚਾਰ ਕਰਦਾ, ਉਹਦੇ ਅਨੁਸਾਰ ਹੀ ਚੱਲਦਾ। ਉਹਦੀ ਉਹ ਜਿਹੜੀ ਕਰਨੀ ਹੈ, ਆਤਮਿਕ ਸੋਝੀ ਪ੍ਰਾਪਤ ਕਰਨੀ, ਗੁਰ ਕਰਨੀ ਪ੍ਰਧਾਨ, ਉਹ ਫਿਰ ਪ੍ਰਧਾਨ ਹੋ ਜਾਂਦੀ ਹੈ, ਉਹ ਸੱਚਖੰਡ ਤੱਕ ਪਹੁੰਚ ਜਾਂਦਾ ਹੈ। ਅੰਗ 45 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਜਾ ਕੈ ਹਿਰਦੇ ਹਰਿ ਵਸੈ ਸੋ ਪੂਰਾ ਪ੍ਰਧਾਨ। ਕਹਿੰਦੇ ਜਿਸ ਦੇ ਹਿਰਦੇ ਦੇ ਅੰਦਰ ਹਰ ਵਸ ਜਾਵੇ। ਹੁਣ ਹਰ ਤਾਂ ਹੈ ਹੀ ਹਿਰਦੇ ਦੇ ਅੰਦਰ। ਇਹ ਗੱਲ ਹਰ ਕਹਿੰਦਾ, ਜਾ ਕੇ ਹਿਰਦੇ ਹਰ, ਹਰ ਤਾਂ ਉੱਥੇ ਹੀ ਹੈ। ਹਰ ਵੱਲੋਂ ਆਰਡਰ ਆਇਆ ਮਨ ਨੂੰ ਕਿ ਤੂੰ ਵਸ ਹੈ। ਜਦੋਂ ਮਨ ਜਾ ਕੇ ਹਰ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ, ਸੋ ਪੂਰਾ, ਉਹ ਪੂਰਾ ਹੋ ਜਾਂਦਾ ਹੈ। ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ। ਭਵ ਸਾਗਰ ਦੇ ਅੰਦਰ ਪੰਚ ਹੋ ਜਾਂਦਾ ਹੈ, ਤੇ ਪੰਚ ਹੋ ਕੇ ਪ੍ਰਵਾਨ ਹੋ ਜਾਂਦਾ, ਸੱਚਖੰਡ ਦੀ ਦ੍ਰਿਸ਼ਟੀ ਤੋਂ ਪ੍ਰਧਾਨ ਗਿਣਿਆ ਜਾਂਦਾ, ਉਹਨਾਂ ਵਰਗਾ ਜੋ ਬਣ ਜਾਂਦਾ। ਸੋ ਜਿਹੜੀ ਆਤਮਾ ਮਾਨੋ ਉਪਦੇਸ਼ ਨੂੰ ਮੰਨ ਕੇ ਇੱਕ ਹੋ ਜਾਂਦਾ ਜਾਂ ਹੋ ਜਾਂਦੀ ਹੈ, ਉਸੇ ਨੂੰ ਪੰਚ ਕਿਹਾ ਜਾਂਦਾ ਹੈ। ਇੱਕ ਹੀ ਪ੍ਰਵਾਨ ਹੁੰਦਾ, ਸਾਰੇ ਜੀਵ ਸੱਚਖੰਡ ਵਿੱਚ ਪ੍ਰਧਾਨ ਹਨ, ਉੱਥੇ ਕੋਈ ਛੋਟਾ ਵੱਡਾ ਨਹੀਂ। ਇਸ ਕਰਕੇ ਪੰਜ ਸ਼ਬਦ ਦੋਨਾਂ ਨਾਲ ਲੱਗੇ। ਇੱਕ ਹੋ ਕੇ ਗੁਰ ਉਪਦੇਸ਼ ਨਾਲ ਬ੍ਰਹਮ ਤੋਂ ਬ੍ਰਹਮ ਗਿਆਨੀ ਬਣ ਜਾਂਦਾ ਹੈ। ਉਸੇ ਨੂੰ ਹੀ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਆਖਿਆ। ਸੋ ਬੇਅੰਤ ਗੁਰਮੁਖ ਹਨ ਜੋ ਇਸ ਭਵ ਸਾਗਰ ਦੇ ਅੰਦਰ ਆ ਕੇ ਪ੍ਰਵਾਨ ਹੋ ਜਾਂਦੇ ਨੇ, ਤੇ ਪ੍ਰਵਾਨ ਹੋ ਕੇ ਪ੍ਰਧਾਨ ਦੇ ਰੂਪ ਦੇ ਵਿੱਚ ਇਸ ਸੰਸਾਰ ਦੀ ਪ੍ਰਧਾਨਗੀ ਕਰਦੇ ਹੈ।
ਸੱਚ ਦੀ ਸੋਝੀ ਕਰਵਾਉਂਦੇ ਐ, ਸੱਚ ਦਾ ਵਿਖਿਆਨ ਕਰਦੇ ਐ ਤੇ ਬੇਅੰਤ ਉਹਨਾਂ ਤੋਂ ਸੱਚ ਦੀ ਸੋਝੀ ਪ੍ਰਾਪਤ ਕਰਦੇ ਹਨ, ਆਪਣੇ ਜੀਵਨ ਨੂੰ ਸਵੱਛ ਕਰਦੇ ਹਨ। ਇੱਥੋਂ ਤੱਕ ਇਸ ਸ਼ਬਦ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੇ ਸ਼ਬਦ ਦੀ ਵਿਚਾਰ ਗੁਰ ਕਿਰਪਾ ਦੁਆਰਾ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ